मरन तो पहले ਤੁਹਾਨੂੰ ਗੱਲਾਂ ਮਰਨ ਤੋਂ ਪਹਿਲਾਂ ਤਕੀਦਾਂ ਕਰਦਾ ਰਿਹਾ। ਅੱਛਾ। ਚੌਥੀ ਗੱਲ ਹੈ ਕਿ ਮੈਂ ਮਰ ਜਾਵਾਂ ਤੇ ਮੈਨੂੰ ਦਫਨਾਵੀਂ, ਅੱਗ ਨਾ ਲਾਵੀਂ, ਮੈਨੂੰ ਸਾੜੀ ਨਾ। ਓਏ ਹੋਏ ਹੋਏ। ਮੈਂ ਕਿਹਾ ਠੀਕ ਹੈ। ਜੋਗਿੰਦਰ ਸਿੰਘ ਨੇ ਤੁਹਾਨੂੰ ਇਹ ਗੱਲ? ਹਾਂਜੀ ਹਾਂਜੀ। ਤੇ ਪੰਜਵੀਂ ਗੱਲ ਇਹ ਹੈ ਕਿ ਭਰਾਵਾਂ ਦਾ ਗਵਾਵੀਂ ਨਾ, ਭਰਾਵਾਂ ਦਾ ਤਾਬਿਆਦਾਰ ਹੋ ਕੇ ਰਵੀਂ, ਜਿਵੇਂ ਆਖਣ ਤੂੰ ਉਵੇਂ ਕੀਤੀ ਰੱਖੀ। ਬਿਲਕੁਲ ਠੀਕ ਹੈ। ਮੈਂ ਕਿਹਾ ਸਹੀ ਹੈ, ਬਿਲਕੁਲ ਸਹੀ ਹੈ। ਉਹ ਜਿਸ ਵਕਤ ਮੈਂ ਉਹਦੀਆਂ ਗੱਲਾਂ ਸੁਣ ਲਈਆਂ, ਉਹ ਫੌਤ ਹੋ ਗਿਆ। ਉਹਨਾਂ ਨੇ ਬਾਲਣ ਬੂਲਣ ਇਕੱਠਾ ਕੀਤਾ ਕਰ ਕੁਰ ਕੇ, ਉਹਨਾਂ ਨੇ ਆਖਿਆ ਇਹਨੂੰ ਸਾੜਨਾ ਹੈ। ਮੈਂ ਕਿਹਾ ਨਹੀਂ ਸਾੜਨਾ। ਉਧਰ ਉਹਨਾਂ ਦਾ ਰਵੱਈਆ ਕਿ ਜਦੋਂ ਬਾਬਾ ਕੋਈ ਮਰਦਾ ਨਾ ਤੇ ਜਿਹੜਾ ਉਹਦਾ ਪੋਤਰਾ ਹੋਵੇ 10 ਸਾਲ ਦਾ, 8 ਸਾਲ ਦਾ, 7 ਸਾਲ ਦਾ, ਉਹਦੀ ਝੋਲੀ ਦੇ ਵਿੱਚ ਪੈਸੇ ਪਾਉਂਦੇ ਨੇ ਇੰਨੇ ਲਿਆ ਕੇ, ਭਾਨ ਲਿਆ ਕੇ, ਰੁਪਈਆ ਤੇਲੀ ਚਵਾਨੀ, ਟੁੱਟਵੇਂ ਪੈਸੇ, ਆਨਾ ਦਵਾਨੀ ਉਹ ਪਾ ਦਿੰਦੇ, ਨਾ ਪਾ ਦਿੰਦੇ ਮਖਾਣੇ ਤੇ ਛੁਹਾਰੇ। ਉਹਦੀ ਮਜਤ ਲੈ ਕੇ ਜਦੋਂ ਟੁਰਦੇ ਨੇ, ਉਹ ਪਿੱਛੋਂ ਇਸ ਤਰ੍ਹਾਂ ਉਹਦੇ ਉੱਤੋਂ ਦੀ ਸਿੱਟਦਾ ਜਿਵੇਂ ਵਿਆਹ ਦੇ ਵਿੱਚ ਪੈਸੇ ਸਿੱਟਦੇ ਨੇ ਲੋਕ। ਹਾਂ, ਆਪਣੇ ਇੱਧਰ ਵਿਆਹਾਂ ਦੇ ਵਿੱਚ। ਹਾਂਜੀ, ਠੀਕ ਹੈ ਠੀਕ ਹੈ। ਉਹਨਾਂ ਦਾ ਉਹ ਰਵੱਈਆ ਉਧਰ ਦਾ। ਠੀਕ ਹੈ। ਉਹ ਰਵੱਈਆ ਵੀ ਮੈਥੋਂ ਪੂਰਾ ਕਰਾ, ਕਿਉਂਕਿ ਪੋਤਰਾ ਹਾਜ਼ਰ ਨਹੀਂ ਸੀ ਉੱਥੇ, ਉਹ ਯੂਪੀ ਸੂਪੀ ਦਿੱਲੀੋਂ ਅੱਗੇ ਸੀ। ਠੀਕ ਹੈ। ਉਹਦੇ ਮਰਨ ਤੋਂ ਬਾਅਦ ਮੈਂ ਆਜ਼ਾਦ ਹੋ ਗਿਆ। ਫਿਰ ਜਿਸ ਵਕਤ ਮੇਰਾ ਬਾਪੂ ਮਰ ਗਿਆ, ਮੈਂ ਆਜ਼ਾਦ ਹੋ ਗਿਆ। ਅੱਛਾ, ਜਿਸਲੇ ਜੋਗਿੰਦਰ ਸਿੰਘ ਮਰਦੇ ਨੇ, ਹਾਂਜੀ, ਫੌਤ ਹੁੰਦੇ ਨੇ, ਹਾਂਜੀ, ਉਸ ਵੇਲੇ ਵੀ ਤੁਸੀਂ ਐਵੇਂ ਰੋਏ ਹੋਵੋਗੇ ਜਿਵੇਂ ਕਿ ਉਹ ਆਪਣੇ ਪਿਓ ਦੇ? ਹਾਂ, ਇਸੇ ਤਰ੍ਹਾਂ ਰੋਏ ਸੀ, ਇਸੇ ਤਰ੍ਹਾਂ ਰੋਏ ਸੀ। ਅੱਛਾ। ਉਹ ਕਿਉਂਕਿ ਮੇਰੇ ਨਾਲ ਪਿਆਰ ਬਹੁਤ ਕਰਦਾ ਸੀ। ਤੇ ਤੁਸੀਂ ਤਾਂ ਉਹਨਾਂ ਦੇਖੋ, ਤੁਹਾਡੇ ਲਈ ਤਾਂ ਉਸ ਵੇਲੇ ਸਾਰੀ ਦੁਨੀਆ ਹੀ ਉਹ ਸੀ, ਤੁਹਾਨੂੰ ਤਾਂ ਕੋਈ ਪਤਾ ਨਹੀਂ ਸੀ ਕਿ ਮੈਂ ਮੁਸਲਮਾਨ ਨਹੀਂ ਜੀ, ਨਹੀਂ, ਮੈਨੂੰ ਕੋਈ ਪਤਾ ਨਹੀਂ। ਮੈਨੂੰ ਤੁਸੀਂ ਸਿੱਖ ਘਰਾਣੇ 'ਚ ਪਲੇ, ਤੁਹਾਨੂੰ ਪਤਾ ਸੀ ਵੀ ਮੈਂ ਸੁਰਜੀਤ ਸਿੰਘ ਹਾਂ। ਹਾਂਜੀ। ਔਰ ਮੇਰੇ ਪਿਓ ਦਾ ਨਾਂ ਜੋਗਿੰਦਰ ਸਿੰਘ ਹੈ। ਹਾਂਜੀ। ਔਰ ਜੋਗਿੰਦਰ ਸਿੰਘ ਹੀ ਮੇਰਾ ਸਭ ਕੁਝ। ਮਾਤਾ ਪਹਿਲੇ ਫੌਤ ਹੋ ਗਏ, ਮਾਈ ਸਾਹਿਬਾ ਜਿਹੜੀਆਂ, ਉਦੋਂ ਵੀ ਰੋਏ। ਤੁਹਾਡੀ ਕਿਸਮਤ 'ਚ ਵਿਛੋੜਿਆਂ ਤੇ ਵਿਛੋੜਿਆਂ ਤੇ ਵਿਛੋੜਿਆਂ ਵਿਛੋੜਿਆਂ 'ਚ ਜ਼ਿੰਦਗੀ ਗੁਜ਼ਰੀ ਹੈ। ਅੱਛਾ। ਫਿਰ ਮੈਂ ਜਿਸ ਵਕਤ ਉਹਨਾਂ ਉਹ ਫੌਤ ਹੋ ਗਏ, ਮਰ ਗਏ, ਮੈਂ ਫਿਰ ਆਇਆ ਜਦੋਂ, ਤੇ ਮੈਨੂੰ ਮਾਸਟਰ ਹੈ ਸਾਡੇ ਪਿੰਡ ਦਾ ਸੀ, ਉਹਨੇ ਆਖਿਆ ਤੂੰ ਪੜ੍ਹ ਅਜੇ। ਮੈਂ ਕਿਹਾ ਅੱਛਾ। ਉਹ ਮੈਨੂੰ ਗੱਲ ਯਾਦ ਆ ਗਈ। ਉਹ ਮੈਂ ਪੜ੍ਹਨ ਲੱਗਾ, ਉਹਨੇ ਆਖਿਆ ਕਿਤਾਬਾਂ ਕੱਢੋ। ਮੈਂ ਕਿਤਾਬ ਕੱਢਣ ਲੱਗਾ ਨਾ, ਤੇ ਮੇਰੇ ਮੂੰਹੋਂ ਨਿਕਲ ਗਿਆ ਬਿਸਮਿल्लाह ला इलाहा इल्लल्लाह ਮੁਹੰਮਦ ਰਸੂਲੁल्लाह। ਸਾਡੇ ਪਿੰਡ ਕੋਲ ਸੀ ਸਲਿਆਣੀ, ਤੇ ਉੱਥੋਂ ਦਾ ਉਹ ਮਾਸਟਰ ਸੀ। ਹਾਂ, ਜਿਹੜਾ ਹੈਡ ਮਾਸਟਰ ਸਾਡੇ। ਉਹਦਾ ਕੀ ਨਾਂ ਸੀ? ਉਹਦਾ ਨਾਂ ਗੁਰਦੀਪ ਸਿੰਘ ਸੀ। ਗੁਰਦੀਪ ਸਿੰਘ। ਹਾਂਜੀ। ਉਹਨੇ ਮੇਰੇ ਇਧਰੋਂ ਚੰਡ ਮਾਰੀ, ਇਧਰੋਂ ਮਾਰੀ, ਮੇਰੇ ਤੌਰ ਭੌਂਕੇ। ਮੈਂ ਕਿਹਾ ਵੀ ਇਹ ਕੀ ਬਣਿਆ? ਇਹਨੇ ਬਾਪੂ ਤਾਂ ਰੋਜ਼ ਪੜ੍ਹਦਾ ਹੁੰਦਾ ਸੀ, ਉਹਨੂੰ ਕਿਸੇ ਨੇ ਕੁਛ ਵੀ ਨਹੀਂ ਆਖਿਆ, ਤੇ ਮੈਂ ਤਾਂ ਅੱਜ ਹੀ ਪੜ੍ਹਿਆ ਤੇ ਮੇਰੇ ਚਪੇੜਾਂ ਵੱਜੀਆਂ ਨੇ। ਉਹ ਫਿਰ ਮੈਂ ਇੱਕ ਆਦਮੀ ਨੂੰ ਪੁੱਛਿਆ ਇਸ ਗੱਲ ਦਾ ਮਤਲਬ। ਉਹ ਵੀ ਮੁਸਲਮਾਨ ਸੀ, ਕੌਮ ਦਾ ਤਰਖਾਣ ਸੀ ਉਹ। ਅੱਛਾ। ਉਹ ਕਿਹੜੇ ਪਿੰਡ 'ਚ ਰਹਿੰਦਾ? ਉਹ ਰਹਿੰਦਾ ਸੀ ਮਾਛੀ ਬੁਗਰੇ, ਜਿੱਥੇ ਮੈਂ ਪੜ੍ਹਦਾ ਸੀ। ਅੱਛਾ। ਉਹਨੂੰ ਮੈਂ ਪੁੱਛਿਆ ਤੇ ਉਹਨੇ ਆਖਿਆ ਕਾਕਾ ਤੂੰ ਇਹ ਸਕੂਲ ਦੇ ਵਿੱਚ ਨਾ ਪੜ੍ਹਿਆ ਕਰ। ਮੈਂ ਕਿਹਾ ਕਿ ਇਹਦਾ ਨੁਕਸਾਨ ਕੀ ਹੈ? ਉਹਨੇ ਆਖਿਆ ਚਪੇੜਾਂ ਵੱਜੀਆਂ ਹੀ। ਮੈਂ ਕਿਹਾ ਵੱਜੀਆਂ ਨੇ। ਉਹਨੇ ਆਖਿਆ ਭਾਈ ਜੀ ਉੱਥੇ ਨਾ ਪੜ੍ਹਿਆ ਕਰ, ਇਹ ਬੁਰਾ ਸਮਝਦੇ ਨਾਂ ਨੂੰ। ਮੈਂ ਕੀ ਮਤਲਬ ਹੈ ਇਹਦਾ? ਫਿਰ ਨੁਕਸਾਨ ਇਹ ਹੈ ਵੀ ਚਪੇੜਾਂ ਵੱਜਦੀਆਂ ਤੇ ਫਾਇਦਾ ਕੀ ਹੈ? ਉਹਨੇ ਆਖਿਆ ਫਾਇਦਾ ਇਹ ਹੈ ਕਿ ਜਿਹੜਾ ਇਹਨੂੰ ਪੜ੍ਹਦਾ ਨਾ, ਉਹ ਬਿਮਾਰ ਸ਼ਮਾਰ ਹੋਵੇ ਵੀ ਤੇ ਮੰਜੇ ਤੇ ਉਹਦੀ ਜਾਨ ਨਿਕਲ ਜਾਂਦੀ ਹੈ। ਜਿਹੜਾ ਇਹਨੂੰ ਪੜ੍ਹਦਾ ਨਹੀਂ, ਉਹਨੂੰ ਲੱਤਾਂ ਤੋਂ ਫੜ ਲੈਂਦੇ ਤੇ ਇੱਧਰ ਡੋਲਿਆਂ ਮੋਢਿਆਂ ਤੋਂ ਫੜ ਲੈਂਦੇ, ਨਾ ਜ਼ਮੀਨ ਤੇ ਹੁੰਦੇ ਨਾ ਮੰਜੇ ਤੇ ਹੁੰਦਾ, ਉਹਦੀ ਜਾਨ ਤਾਂ ਨਿਕਲਦੀ ਹੈ। ਜਿਹੜਾ ਨਹੀਂ ਪੜ੍ਹਦਾ ਇਹਨੂੰ ਔਖੀ ਜਾਨ ਨਿਕਲਦੀ ਹੈ। ਮੈਂ ਕਿਹਾ ਠੀਕ ਹੈ। ਉਹ ਤੋਂ ਗੱਲ ਸੁਣ ਕੇ ਮੈਂ ਫਿਰ ਨਾ ਪੜ੍ਹਨ ਲੱਗਾ ਵੀ ਮੈਨੂੰ ਤਾਂ ਮਾਸਟਰ ਨੇ ਮੈਨੂੰ ਮਾਸਟਰ ਮਾਰਦਾ। 8ਵੀਂ ਜਾ ਕੇ ਮੈਂ ਸਕੂਲ ਛੱਡ ਦਿੱਤਾ। ਬਿਲਕੁਲ ਠੀਕ ਹੈ। ਮੈਂ ਆਖਿਆ ਮੈਂ ਨਹੀਂ ਪੜ੍ਹਨਾ। ਉਦੋਂ ਬਾਅਦ ਮੇਰੇ ਭਰਾ ਨੇ ਉੱਥੋਂ ਚਿੱਠੀ ਕਰ ਲਈ। ਉਹਨੇ ਆਖਿਆ ਤੂੰ ਮੇਰੇ ਕੋਲ ਆ ਜਾ, ਹੁਣ ਬਾਪੂ ਤਾਂ ਮਰ ਗਿਆ, ਤੂੰ ਇੱਥੇ ਆ ਜਾ ਟੱਬਰ ਟੀਰ ਮੇਰੇ ਕੋਲੇ। ਠੀਕ ਹੈ। ਮੈਂ ਉੱਥੇ ਚਲਾ ਗਿਆ। ਉਹ ਦਿੱਲੀ ਤੋਂ ਪਰਾਂ ਹੈਗਾ ਯੂਪੀ ਸੂਪੀ। ਹਾਂ, ਯੂਪੀ ਸੀਪੀ। ਉੱਥੇ ਮੈਂ ਗਿਆ। ਹਾਂਜੀ ਜੀ। ਮੈਂ ਉੱਥੇ ਗਿਆ ਚਲਿਆ। ਉਹਦੇ ਕੋਲ ਮੈਂ ਰਿਹਾ 10 ਕੁ ਦਿਨ। ਉੱਥੇ ਇੰਨੀ ਕੁ ਜਗ੍ਹਾ ਪੱਟ ਰਹੇ ਨੇ, ਥੱਲੇ ਸੱਪ ਨਿਕਲਦੇ ਸੀ ਏਡੇ ਏਡੇ। ਇਹ ਫਕੀਰ ਸਿੰਘ ਕੋਲ ਚਲੇ ਗਏ ਤੁਸੀਂ? ਹਾਂਜੀ। ਜਿਹੜਾ ਫੌਜ? ਹਾਂਜੀ ਹਾਂਜੀ, ਉਹਦੇ ਕੋਲ ਚਲੇ ਗਏ। ਠੀਕ ਹੈ। ਉੱਥੇ ਮੈਂ ਰਿਹਾ 10-12 ਦਿਨ। 10-12 ਦਿਨਾਂ ਬਾਅਦ ਮੈਂ ਕਿਹਾ ਇੱਥੇ ਤਾਂ ਮੇਰਾ ਦਿਲ ਨਹੀਂ ਲੱਗਦਾ, ਕਿਉਂਕਿ ਇੱਥੇ ਆਪੋ ਆਪਣੇ ਮਰੱਬਿਆਂ ਦੇ ਵਿੱਚ ਇੱਕ ਇੱਕ ਘਰ ਪਾਇਆ ਹੋਇਆ ਹੈ, ਨਾ ਕੋਈ ਨੇੜੇ ਪਿੰਡ ਹੈ ਨਾ ਕੁਛ। ਤੇ ਇੱਕ ਬਾਹਰ ਦੇ ਬਿੱਲੇ ਜਿਹੜੇ ਉੱਥੇ ਬੜੇ ਫਿਰਦੇ ਸੀ। ਬੰਦਾ ਕੱਲਾ ਦੇ ਕੱਲਾ ਦਿਨ ਦਾ ਤੋਂ ਮਗਰੋਂ ਨਿਕਲੇ ਤੇ ਬਿੱਲੇ ਉੱਭਰ ਕੇ ਰਗਾਂ ਨੂੰ ਪੈਂਦੇ ਸੀ ਇੱਥੇ। ਅੱਛਾ। ਏਡੀ ਉੱਥੇ ਬੇਵਾਦੀ ਜ਼ਮੀਨ ਨੂੰ ਪਈ ਖੁੱਲੀ ਉੱਥੇ। ਠੀਕ ਹੈ ਠੀਕ ਹੈ। ਉਹ ਜਿਸ ਵਕਤ ਮੈਂ ਉਹਦੇ ਕੋਲ ਗਿਆ 10-12 ਦਿਨਾਂ ਬਾਅਦ ਮੈਂ ਉੱਥੋਂ ਆ ਗਿਆ। ਉਹਨੇ ਆਖਿਆ ਖਰਚਾ ਜਿੰਨਾ ਚਾਹੀਦਾ ਲੈ ਲਾ, ਸਪੀਕਰ ਬਣਾਉਣਾ ਤੇ ਉਹ ਤੈਨੂੰ ਬਣਾ ਦੇ, ਨਾਲ ਦੀ ਰੋਜੀ ਕਮਾਈ ਆ। ਤੂੰ ਜ਼ਮੀਨ ਨਾ ਵਾਹ ਸਕਣਾ ਨਾ ਤੂੰ ਵਾਹੀ ਏ, ਤੇ ਇਸ ਕਰਕੇ ਨਾ ਸਪੀਕਰ ਬਣਾ ਲਾ, ਨਹੀਂ ਤੇ ਤੇਰੀ ਭਾਬੀ ਜਾਣ ਦੀ ਕੱਪੜੇ ਸੀਵਣ, ਤੂੰ ਕੱਪੜੇ ਆਪਦੇ ਆਪੇ ਸੀ ਕੇ ਪਾਈ ਰੱਖੀ,
ਹੋਰ ਕੁਛ ਨਾ ਕਰੀ, ਖਰਚਾ ਜਿੰਨਾ ਆਖੇ ਮੈਂ ਤੈਨੂੰ ਦੇਣਾ ਮਹੀਨੇ ਦੇ ਮਹੀਨੇ। ਠੀਕ ਹੈ। ਮੈਂ ਆਖਿਆ ਨਹੀਂ ਮੈਂ ਇੱਥੇ ਰਹਿਣਾ ਹੀ ਨਹੀਂਗਾ। ਹਾਂ ਹਾਂ। ਉਹਨੇ ਆਖਿਆ ਤੈਨੂੰ ਬੁਰਿਆ ਸਮਝਦੀ? ਮੈਂ ਕਹਿੰਦੇ ਮੈਨੂੰ ਬੁਰਿਆ ਨਹੀਂ ਸਮਝਦੀ, ਚੰਗਿਆ ਸਮਝਦੀ, ਮੇਰਾ ਦਿਲ ਨਹੀਂ ਇੱਥੇ ਲੱਗਦਾ। ਉਹਨੇ ਆਖਿਆ ਫੇਰ ਹੁਣ? ਮੈਂ ਕਿਹਾ ਮੈਂ ਫੇਰ ਪਿਛਾਂ ਪੰਜਾਬ ਨੂੰ ਚੱਲਿਆ। ਆਖੇ ਅੱਛਾ। ਉਹ ਮੈਂ ਫਿਰ ਆ ਗਿਆ ਪਿਛਾਂ ਪੰਜਾਬ ਨੂੰ। ਅੱਛਾ। ਇੱਥੇ ਜਿਸ ਵਕਤ ਆਇਆ ਤੇ ਉੱਥੇ ਬਠਿੰਡਾ ਜੰਕਸ਼ਨ ਗੱਡੀਆਂ ਦਾ, ਹਾਂ ਹਾਂ, ਉੱਥੋਂ ਜਾਂਦੀ ਹੈ ਮੇਰਠ ਨੂੰ ਸੜਕ, ਜਿੱਥੇ ਉੱਧਰ ਦੀ ਫੌਜ ਭਰਤੀ ਹੁੰਦੀ ਜਾ ਕੇ। ਠੀਕ ਹੈ। ਜਿਹੜੇ ਮੁੰਡੇ ਭਰਤੀ ਹੁੰਦੇ ਉਹ ਮੇਰਠ ਜਾ ਕੇ ਹੁੰਦੇ। ਮੇਰਠ ਸ਼ਹਿਰ ਬੜਾ ਛਾਉਣੀ ਉੱਥੇ। ਬਿਲਕੁਲ ਠੀਕ ਹੈ। ਉਸ ਲਾਈਨ ਦੇ ਉੱਤੇ ਹੈਗਾ ਸੀ ਰਾਮਪੁਰਾ ਫੂਲ ਸਟੇਸ਼ਨ ਗੱਡੀ ਦਾ। ਬਿਲਕੁਲ ਹੈ ਫੂਲ। ਉੱਥੇ ਜਿਸ ਵਕਤ ਮੈਂ ਪਹੁੰਚਿਆ ਤੇ ਉੱਥੋਂ ਨਾਲ ਪਿੰਡ ਸੀ ਜੇਠੂਗਾ। ਉਹ ਜੇਠੂ ਕੇ ਪਿੰਡ ਮੈਂ ਗਿਆ ਤੇ ਉੱਥੇ ਜਾ ਕੇ ਮੈਂ ਬੈਠਾ 2 ਰਾਤਾਂ 3 ਰਿਹਾ। 3-4 ਦਿਨਾਂ ਬਾਅਦ ਉਹ ਜਿੱਥੋਂ ਆਈ ਮੇਰੀ ਭੈਣ ਨੇ ਰਜਾਈ ਲਿਆਂਦੀ ਭਰਾ ਕੇ, ਤੋਂ ਰਜਾਈ ਟਾਹਦੀ ਦੇ ਥੱਲੇ ਵਿਛਾ ਕੇ ਨਾ ਤੇ ਉਹਨੂੰ ਲੱਗੀ ਸੀਮਣ। ਮੈਨੂੰ ਆਦਤ ਬਚਪਨ ਦੇ ਵਿੱਚ ਪਈ ਸੀ, ਦਾਣਿਆਂ ਦੀ ਢੇਰੀ ਮੈਂ ਵੇਖ ਲਵਾਂ ਤੇ ਮੈਂ ਉਹਦੇ ਤੇ ਜ਼ਰੂਰ ਲੇਟਣਾ, ਤੇ ਜੇ ਰਜਾਈ ਨੂੰ ਨਹੀਂ ਨਾ ਸੀਤੀ ਹੋਈ ਤੇ ਮੈਂ ਉਹਦੇ ਤੇ ਜ਼ਰੂਰ ਇੱਕ ਵਾਰੀ ਲੇਟਣਾ ਹੈ। ਅੱਛਾ। ਉਹ ਮੈਂ ਲੱਗਾ ਰਜਾਈ, ਉਹ ਜਿਸ ਵਕਤ ਮੈਂ ਲੱਗਾ ਰਜਾਈ ਤੇ ਲੇਟਣ, ਉਹਨੇ ਆਖਿਆ ਰਜਾਈ ਤੇ ਨਾ ਲੇਟੀਏ, ਰੂੰ ਇਕੱਠੀ ਹੋ ਜਾਣੀ ਹੈ ਤੇ ਮੈਂ ਤੇ ਇਹਨੂੰ ਸੀਵਣਿਆਂ ਦੇ ਵਿੱਚੋਂ। ਮੈਂ ਆਖਿਆ ਵੀ ਨਹੀਂ ਮੈਨੂੰ ਲੇਟ ਲੈਣ ਦੇ। ਆਂਦੀ ਤੂੰ ਉੱਠ ਕੇ ਬਹਿ, ਮੈਂ ਤੈਨੂੰ ਗੱਲ ਸੁਣਾਉਣੀ ਆ। ਮੈਂ ਕਿਹਾ ਅੱਛਾ। ਮੈਂ ਉੱਠ ਕੇ ਬਹਿ ਗਿਆ। ਉਹਨੇ ਮੈਨੂੰ ਗੱਲ ਸੁਣਾਉਣੀ ਸ਼ੁਰੂ ਕਰਤੀ। ਮੈਨੂੰ ਆਂਦੀ ਬੂਟੇ ਵਾਲੇ ਨਾ ਜਾਇਆ ਕਰ ਤੂੰ। ਮੈਂ ਕਿਹਾ ਉੱਥੇ ਕੀ ਏ? ਆਂਦੀ ਉੱਥੋਂ ਦੇ ਲੋਕ ਤੈਨੂੰ ਮਖੌਲ ਕਰਦੇ ਹੋਣਗੇ। ਮੈਂ ਕਿਹਾ ਮੈਨੂੰ ਨਾ ਮਖੌਲ ਕਾਹਦੇ ਕਰਦੇ? ਤੈਨੂੰ ਆਂਦੇ ਹੋਣਗੇ ਤੂੰ ਮੁਸਲਮਾਨਾਂ ਦਾ ਮੁੰਡਾ ਹੈ। ਮੈਂ ਕਿਹਾ ਨਹੀਂ ਅਜੇ ਤਾਂ ਮੈਨੂੰ ਕੋਈ ਨਹੀਂ ਆਖਿਆ ਉੱਥੇ, ਤੇ ਹੁਣ ਤੂੰ ਦੱਸ ਦੇ। ਆਂਦੀ ਹਾਂ ਨਿੱਕਾ ਜਿਹਾ ਤੂੰ, ਤੇ ਅਸੀਂ ਜਦੋਂ ਉੱਜੜ ਕੇ ਆਏ ਨਾ ਸਾਨੂੰ ਤੂੰ ਰਾਹ ਚੋਂ ਲੱਭਾ ਸਾ, ਤੂੰ ਹਕੀਕਤ ਮੁਸਲਮਾਨਾਂ ਦਾ ਮੁੰਡਾ ਹੀ ਹੈ। ਤੁਹਾਡੀ ਭੈਣ ਨੇ ਤੁਹਾਨੂੰ ਕਿਹਾ? ਮੇਰੀ ਭੈਣ ਨੇ ਮੈਨੂੰ ਆਖਿਆ। ਜਦੋਂ ਉਹਨੇ ਇਹ ਗੱਲ ਦੱਸੀ ਨਾ ਤੇ ਮੈਨੂੰ ਇਹ ਮਹਿਸੂਸ ਹੋਇਆ ਦਿਲ ਨੂੰ ਕਿ ਜਿਵੇਂ ਕਿਸੇ ਬੰਦੇ ਨੂੰ ਜੱਫੀ ਪਾ ਕੇ ਮਿਲੀਦਾ ਨਾ ਤੇ ਉਹ ਤੋੜ ਕੇ ਸਿੱਟਦਾ ਵੀ ਪਿਛਾਂ ਹਟ ਜਾ। ਮੇਰੇ ਦਿਲ ਨੂੰ ਇੰਨਾ ਦੁੱਖ ਹੋਇਆ। ਮੈਂ ਕਿਹਾ ਇਹਨੇ ਮੈਨੂੰ ਅੱਜ ਦੱਸ ਦਿੱਤਾ। ਬਾਪੂ ਨੇ ਅਜੇ ਤੱਕ ਗੱਲ ਨਹੀਂ ਦੱਸੀ। ਉਹ ਆਂਦਾ ਸੀ ਘਟਿਆ ਲੋਕੀ ਝੂਠ ਮਾਰਦੇ ਨੇ, ਅੱਜ ਤਾਂ ਪੱਕ ਵੱਜ ਗਿਆ।